ਆਪ ਜੀ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਭਾਗਾਂ ਵਾਲੇ ਹਾਂ ਕਿ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਇਸ ਸਾਲ ਦਾਤਾ ਬੰਦੀ ਛੋੜ ਦਿਵਸ ਵੀ ਹੈ, ਜਿਹਨੂੰ ਪੂਰੇ 400 ਸਾਲ ਹੋ ਚੁੱਕੇ ਹਨ। ਆਪ ਜੀ ਨੂੰ ਬਹੁਤ ਬਹੁਤ ਵਧਾਈਆਂ। ਨਾਲ ਹੀ ਉਹਨਾਂ ਦੇ ਬੇਟੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਵੀ ਅੱਜ ਪੂਰਾ ਵਰਸ਼ 400 ਵਰਸ਼ ਦਾ ਪ੍ਰਕਾਸ਼ ਪੁਰਬ ਸਾਰੀ ਸੰਗਤ ਪੂਰੀ ਦੁਨੀਆ ਵਿੱਚ ਦੇਸ਼ ਵਿੱਚ ਮਨਾ ਰਹੀ ਹੈ। ਧੰਨ ਧੰਨ ਮੀਰੀ ਪੀਰੀ ਦੇ ਮਾਲਕ ਨੇ ਨਾ ਹੀ ਸਾਨੂੰ ਇੰਨਾ ਸੰਤ ਤੇ ਸਿਪਾਹੀ ਦਾ ਇਤਿਹਾਸ ਦਿੱਤਾ, ਨਾਲ ਹੀ ਸਾਨੂੰ ਇਹ ਵੀ ਦੱਸਿਆ ਕਿ ਸਿੱਖੀ ਜਿਹੜੀ ਹੈ ਉਹ ਸਿਰਫ ਇਤਿਹਾਸ ਗੁਰੂ ਸਾਹਿਬਾਂ ਦਾ ਪਰਉਪਕਾਰ ਦਾ ਇਤਿਹਾਸ ਹੈ। ਇੱਕ ਵਾਰੀ ਫਿਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਤੇ ਬਹੁਤ ਬਹੁਤ ਜੀ ਆਇਆਂ ਨੂੰ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਲ ਭੰਜਨ ਗੁਰ ਸੂਰਮਾ, ਵਡ ਜੋਧਾ ਬਹੁ ਪਰਉਪਕਾਰੀ। ਅੱਜ ਸਭ ਤੋਂ ਪਹਿਲਾਂ ਮੈਂ ਮੱਧ ਪ੍ਰਦੇਸ਼ ਪੰਜਾਬੀ ਸਾਹਿਤ ਅਕੈਡਮੀ ਦੀ ਦਹਲੀਜ਼ ਤੇ ਖੜੇ ਹੋ ਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪਰਬ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ। ਜਿਵੇਂ ਕਿ ਆਪ ਜਾਣਦੇ ਹੋ ਕਿ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਦੇ ਵਿੱਚ ਸੱਚ ਤੇ ਨਿਆਂ ਦੀ ਖਾਤਰ ਜੋ 4 ਜੰਗਾਂ ਲੜੀਆਂ, ਉਹਨਾਂ ਦੇ ਵਿੱਚ ਹੀ ਉਹਨਾਂ ਨੇ ਜਿੱਤ ਹਾਸਲ ਕੀਤੀ। ਬੜੀ ਖੁਸ਼ੀ ਦੀ ਗੱਲ ਹੈ, ਅੱਜ ਮੱਧ ਪ੍ਰਦੇਸ਼ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਤੇ ਫਿਲਾਸਫੀ ਨੂੰ ਜਾਣਨ ਦਾ ਇੱਕ ਮੌਕਾ ਦਿੱਤਾ ਗਿਆ ਹੈ। ਉਹਦੇ ਵਿੱਚ ਸਭ ਤੋਂ ਪਹਿਲਾਂ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ ਆਪਣੇ ਵਿਚਾਰ ਪ੍ਰਗਟ ਕਰਨਗੇ। ਬਾਬਾ ਸੇਵਾ ਸਿੰਘ ਜੀ ਸਿੱਖ ਪੰਥ ਦੀ ਉਹ ਮਹਾਨ ਸ਼ਖਸੀਅਤ ਹਨ ਜਿਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਹਜ਼ਾਰਾਂ ਨਹੀਂ ਬਲਕਿ ਲੱਖਾਂ ਰੁੱਖ ਲਗਾ ਕੇ ਪ੍ਰਕਿਰਤੀ ਦੀ ਸੇਵਾ ਕੀਤੀ ਤੇ ਮਨੁੱਖ ਨੂੰ ਆਕਸੀਜਨ ਦਿੱਤਾ। ਇਸ ਦੇ ਨਾਲ ਹੀ ਉਹਨਾਂ ਨੇ ਕਈ ਵਿਦਿਅਕ ਅਦਾਰੇ ਖੋਲ੍ਹੇ ਅਤੇ ਹੁਣ ਤੱਕ ਲਗਾਤਾਰ ਉਹ ਸੇਵਾ ਨਿਭਾ ਰਹੇ ਹਨ। ਉਹਨਾਂ ਦੀਆਂ ਸੇਵਾਵਾਂ ਖਡੂਰ ਸਾਹਿਬ ਅਤੇ ਉਹਦੇ ਆਸ-ਪਾਸ ਦੇ ਸਾਰੇ ਇਲਾਕੇ ਅਤੇ ਨਾਲ ਹੀ ਗਵਾਲੀਅਰ ਅਤੇ ਉਸ ਦੇ ਸਾਰੇ ਇਲਾਕੇ, ਇੱਥੇ ਬਾਬਾ ਸੇਵਾ ਸਿੰਘ ਜੀ ਨੇ ਕਈ ਵਿਦਿਅਕ ਅਦਾਰੇ ਖੋਲ੍ਹੇ ਅਤੇ ਨਾਲ ਹੀ ਵੱਡੀ ਗਿਣਤੀ ਦੇ ਵਿੱਚ ਰੁੱਖ ਲਗਾਉਣ ਦੀ ਸੇਵਾ ਅੱਜ ਤੱਕ ਚੱਲ ਰਹੀ ਹੈ। ਉਹ ਸਾਡੇ ਵਿਚਕਾਰ ਹਨ। ਮੈਂ ਸਭ ਤੋਂ ਪਹਿਲਾਂ ਬੜੇ ਮਾਣ ਨਾਲ ਉਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ। ਗੁਰੂ ਖਾਲਸਾ, ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 5 ਜੂਨ ਦੇ ਦਿਹਾੜੇ 'ਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾਤਾ ਬੰਦੀ ਛੋੜ ਜੀ ਦਾ ਪ੍ਰਕਾਸ਼ ਗੁਰਪੁਰਬ ਸਮੁੱਚਾ ਜਗਤ, ਸਮੁੱਚੇ ਸੰਸਾਰ ਦੇ ਬੜੀ ਸ਼ਰਧਾ ਭਾਵਨਾ ਪਿਆਰ ਦੇ ਨਾਲ ਮਨਾ ਰਿਹਾ ਹੈ। ਔਰ ਇਸੇ ਲੜੀ ਵਿੱਚ ਮੱਧ ਪ੍ਰਦੇਸ਼ ਪੰਜਾਬੀ ਸਾਹਿਤ ਅਕੈਡਮੀ ਵੀ ਆਪਣਾ ਯੋਗਦਾਨ ਪਾ ਰਹੀ ਹੈ, ਆਨਲਾਈਨ ਉਹ ਵੀ ਗੁਰਪੁਰਬ ਮਨਾ ਰਹੀ ਹੈ। ਸੋ ਗੁਰੂ ਸਾਹਿਬ ਦੇ ਪਰਉਪਕਾਰੀ ਸੁਭਾਅ ਸੀ। ਸਤਿਗੁਰਾਂ ਨੇ ਸਭ ਤੋਂ ਪਹਿਲਾਂ ਸਤਿਗੁਰਾਂ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਵੈਮਾਨ ਸਿੱਖਾਂ ਨੂੰ ਆਦੇਸ਼ ਦਿੱਤਾ, ਹੁਕਮ ਦਿੱਤਾ ਕਿ ਸਾਨੂੰ ਹੁਣ ਇੱਥੇ ਘੋੜੇ ਚਾਹੀਦੇ ਨੇ, ਜਵਾਨੀਆਂ ਚਾਹੀਦੀਆਂ ਨੇ। ਔਰ ਇਸ ਪਰੰਪਰਾ ਨੂੰ ਅੱਗੇ ਰੱਖ ਕੇ ਅਕਾਲ ਤਖ਼ਤ ਸਾਹਿਬ ਦੀ ਸੱਚੇ ਪਾਤਸ਼ਾਹ ਨੇ ਰਚਨਾ ਕੀਤੀ। ਔਰ ਜੋ ਮੁਗਲ ਹਕੂਮਤ ਨੇ ਸਾਡੇ 'ਤੇ ਗੁਲਾਮੀ ਦੀਆਂ ਜੰਜੀਰਾਂ ਦੇ ਨਾਲ ਝਗੜੇ ਪਿਆ ਸੀ ਸਾਰਾ ਹਿੰਦੁਸਤਾਨ, ਸਤਿਗੁਰਾਂ ਜੀ ਨੇ ਉਹ ਜੰਜੀਰਾਂ ਤੋੜਨ ਵਾਸਤੇ ਇੱਕ ਬਹੁਤ ਵੱਡਾ ਅਹਿਮ ਫੈਸਲਾ ਕੀਤਾ ਸਿੱਖ ਕੌਮ ਵਾਸਤੇ। ਕਿਉਂਕਿ ਉਹਨਾਂ ਦਿਨਾਂ 'ਚ ਇੱਕ ਆਰਡੀਨੈਂਸ ਜਾਰੀ ਕੀਤਾ ਮੁਗਲ ਬਾਦਸ਼ਾਹ ਨੇ, ਕੋਈ ਬੰਦਾ ਘੋੜੀ ਦੀ ਸਵਾਰੀ ਨਹੀਂ ਕਰ ਸਕਦਾ, ਕੋਈ ਆਪਣਾ ਫੈਸਲਾ ਆਪ ਨਹੀਂ ਕਰ ਸਕਦਾ, ਕੋਈ ਦਸਤਾਰ ਨਹੀਂ ਸਜਾ ਸਕਦਾ, ਕੋਈ ਨਿਸ਼ਾਨ ਨਹੀਂ ਚਲਾ ਸਕਦਾ, ਕੋਈ ਸ਼ਿਕਾਰ ਨਹੀਂ ਖੇਡ ਸਕਦਾ। ਸੋ ਇਹ ਸਾਰੀਆਂ ਬੰਦਸ਼ਾਂ ਸਨ। ਸੋ ਉਸ ਬੰਦਸ਼ਾਂ ਨੂੰ ਤੋੜਦੇ ਹੋਏ ਸਤਿਗੁਰਾਂ ਨੇ 6 ਪਾਤਸ਼ਾਹ ਨੇ ਅਕਾਲ ਤਖ਼ਤ ਸਾਹਿਬ ਦੇ ਕੀਤੀ, ਆਪਣੇ ਫੈਸਲੇ ਖੁਦ ਸਿੱਖਾਂ ਦੇ ਆਪ ਕੀਤੇ ਔਰ ਘੋੜ ਸਵਾਰੀ ਕੀਤੀ ਔਰ ਦਸਤਾਰਾਂ ਸਜਾਈਆਂ ਔਰ ਸ਼ਸਤਰ ਰੱਖੇ ਔਰ ਸ਼ਿਕਾਰ ਖੇਡੇ। ਇਹ ਸਾਰੀਆਂ ਸੱਚੇ ਪਾਤਸ਼ਾਹ ਨੇ ਮੁਗਲ ਹਕੂਮਤਾਂ ਦੇ ਵਿਰੁੱਧ ਸੱਚੇ ਪਾਤਸ਼ਾਹ ਨੇ ਮੰਗਾਇਆ। ਸੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਔਰ 4 ਯੁੱਧ ਹੋਏ ਔਰ ਸਾਰੇ ਯੁੱਧਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਫਤਿਹ ਪਾਈ।
ਸਾਰੇ ਜਿਹੜੇ ਵੀ ਜਰਨੈਲ ਚੜ੍ਹ ਕੇ ਆਏ ਸਾਰੇ ਉਹਨਾਂ ਨੂੰ ਖਤਮ ਕੀਤਾ, ਇੱਥੇ ਮੈਦਾਨ ਜੰਗ ਵਿੱਚ ਉਹਨਾਂ ਨੂੰ ਮਾਰ ਮੁਕਾਇਆ। ਸੋ ਸਤਿਗੁਰਾਂ ਨੇ ਬੜੀ ਵੱਡੇ ਪਰਉਪਕਾਰ ਕੀਤੇ। ਸਤਿਗੁਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਦਾਤਾ ਬੰਦੀ ਛੋੜ ਗਵਾਲੀਅਰ ਵਿਖੇ ਉਹਨਾਂ 52 ਹਿੰਦੂ ਰਾਜੇ ਦੀ ਬੰਦ ਖਲਾਸੀ ਕਰਾਈ ਜਿਹੜੇ ਕਿ ਮੁਗਲ ਹਕੂਮਤ ਦੇ ਵਿੱਚ ਕੈਦ ਸਨ। ਸੋ ਬਹੁਤ ਵੱਡੀ ਪਰਉਪਕਾਰ ਕੀਤੇ ਸਤਿਗੁਰਾਂ ਨੇ, ਬਟ ਯੋਧਾ ਬਹੁ ਪਰਉਪਕਾਰੀ। ਸੋ ਐਸੇ ਸਤਿਗੁਰਾਂ ਦਾ ਗੁਰਪੁਰਬ ਸਮੁੱਚਾ ਜਗਤ ਸਮੁੱਚੇ ਸੰਸਾਰ ਦੇ ਵਿੱਚ ਬੜੀ ਸ਼ਰਧਾ ਨਾਲ ਮਨਾ ਰਿਹਾ ਹੈ। ਸੋ ਗੁਰੂ ਕਿਰਪਾ ਕਰੇ ਆਉਣ ਵਾਲੇ ਤਕਰੀਬਨ 4 ਅਕਤੂਬਰ 2021 ਨੂੰ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ 400 ਸਾਲਾ ਬੰਦੀ ਛੋੜ ਦਿਵਸ ਵੀ ਸਿੱਖ ਸੰਗਤਾਂ ਬੜੀਆਂ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ। ਉਹ ਕਿਲ੍ਹੇ ਵਿੱਚ ਜੋ 52 ਹਿੰਦੂ ਰਾਜੇ ਰਿਹਾ ਕਰਾਉਣ ਦਾ 400 ਸਾਲਾ ਸ਼ਤਾਬਦੀ ਦਿਵਸ ਇਹ 4 ਅਕਤੂਬਰ ਤੋਂ ਲੈ ਕੇ 6 ਅਕਤੂਬਰ 2021 ਤੱਕ ਸਿੱਖ ਸੰਗਤਾਂ ਬੜੀਆਂ ਸ਼ਰਧਾ ਨਾਲ ਸਾਰਾ ਖਾਲਸਾ ਪੰਥ ਸਿਰ ਜੋੜ ਕੇ ਬੈਠੇਗਾ ਅਤੇ ਮਨਾਵੇਗਾ ਔਰ ਉਹਨਾਂ ਨੂੰ ਯਾਦ ਕਰੇਗਾ ਕਿ ਕੈਸੇ ਪਰਉਪਕਾਰੀ ਸਤਿਗੁਰੂ ਜੀ ਕਿ ਪਰਾਇਆ ਵਾਸਤੇ ਸਤਿਗੁਰਾਂ ਨੇ ਕਿਰਪਾ ਕੀਤੀ ਆ। ਸੋ ਸਮੁੱਚੀ ਸਿੱਖ ਸੰਗਤ ਨੂੰ ਬਹੁਤ ਬਹੁਤ ਅੱਜ ਦੇ ਗੁਰਪੁਰਬ ਦੀਆਂ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਤ ਪੰਥ ਦੀ ਮਹਾਨ ਹਸਤੀ ਪਰਮ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੇ ਬਾਰੇ ਕਾਫੀ ਕੁਝ ਆਪ ਜੀ ਨੂੰ ਦੱਸਿਆ ਹੈ। ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ ਕਿਲੇ ਦੇ ਰਾਗੀ ਜਥਾ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜੀ ਹੁਣ ਆਪ ਜੀ ਦੇ ਸਾਹਮਣੇ ਗੁਰਬਾਣੀ ਕੀਰਤਨ ਪੇਸ਼ ਕਰਨਗੇ। ਮੈਂ ਬਹੁਤ ਹੀ ਆਦਰ ਸਹਿਤ ਨਾਲ ਭਾਈ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਉਹ ਗੁਰਬਾਣੀ ਗਾਇਨ ਕਰਨ। ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜੀ। गोविंद की मटियार जा हरे गोविंद की सुख मंगल कल्याणी विचारिया सुख मंगल कल्याणी विचारिया कारज सतगुरया को सवारिया कारज सतगुरया को सवारिया। सबल आनंद किया परमेश्वर अपना बिरद संवारिया सबल आनंद किया परमेश्वर अपना बिरद समारिया साध जना होए कृपाला बिगसे सब परवारिया बिगसे सब परवारिया बिगसे सब परवारिया कारज
ਸਤਿਗੁਰ ਆਪ ਸਵਾਰਿਆ। ਹਰਿ ਗੋਬਿੰਦ ਸੁਖ ਮੰਗਲ ਕਲਿਆਣ ਵਿਚਾਰਿਆ। ਸੁਖ ਮੰਗਲ ਕਲਿਆਣ ਵਿਚਾਰਿਆ। ਸੁਖ ਮੰਗਲ ਕਲਿਆਣ ਵਿਚਾਰਿਆ। ਸਤਿਗੁਰ ਆਪ ਸਵਾਰਿਆ। ਸਤਿਗੁਰ ਆਪ ਸਵਾਰਿਆ। ਮਨ ਤੇ ਕਾਵੜ ਹਰਿਆ ਹੋਏ ਸਗਲੇ ਜੀ ਸਦਾਰਿਆ। ਹਮਾਰੇ ਤੇ ਕਾਵੜ ਹਰਿਆ ਹੋਏ ਸਗਲੇ ਜੀ ਸਦਾਰਿਆ। ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ। ਪੂਰਨ ਇੱਛ ਪੁਜਾਰਿਆ। ਪੂਰਨ ਇੱਛ ਪੁਜਾਰਿਆ। ਸਤਿਗੁਰ ਆਪ ਸਵਾਰਿਆ। ਸਤਿਗੁਰ ਆਪ ਵਡਿਆਰਿਆ ਹਰਿ ਗੋਬਿੰਦ ਕੀ ਵਡਿਆਰਿਆ ਹਰਿ ਗੋਬਿੰਦ ਕੀ। ਸੁਖ ਮੰਗਲ ਕਲਿਆਣ ਵਿਚਾਰਿਆ। ਸੁਖ ਮੰਗਲ ਕਲਿਆਣ ਵਿਚਾਰਿਆ। ਸਤਿਗੁਰ ਆਪ ਸਵਾਰਿਆ। ਸਤਿਗੁਰ ਆਪ ਸਵਾਰਿਆ। ਸਤਿਗੁਰ ਆਪ ਸਵਾਰਿਆ। ਸਤਿਗੁਰ ਆਪ ਸਵਾਰਿਆ। ਕਈ ਹੋੜ ਬੰਦੀ ਛੋੜ ਕਈ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਨਿਰੰਕਾਰ ਦੁਖਦਾਰੀ ਕਈ ਹੋੜ ਬੰਦੀ ਛੋੜ ਕਈ ਹੋੜ ਬੰਦੀ ਛੋੜ। ਨਿਰੰਕਾਰ ਦੁਖਦਾਰੀ ਨਿਰੰਕਾਰ ਦੁਖਦਾਰੀ ਕਈ ਛੋੜ ਕਈ ਛੋੜ ਕਈ ਛੋੜ
माया तारी नाम करे ओ भगत गोविंद का नाम करे ओ भगत गोविंद का ये राखो पैज तुम्हारी ये राखो पैज तुम्हारी कई बोल बंदी छोड़ कई बोल बंदी छोड़ जियो निमाण्या तुमाण हर जियो निमाण्या तुमाण निमाण्या तुमाण निमाण्या तुमाण नचीज अचीज करे मेरा गोविंद नचीज अचीज करे मेरा गोविंद तेरी कुदरत को कुर्बान तेरी कुदरत को कुर्बान कई बोल बंदी छोड़ कई बोल बंदी छोड़ जैसा पालक पाए सुपाए जैसा पालक पाए सुपाए लख अपराध कमाए लख अपराध कमाए तारे उपदेश छिड़के पौपाते तारे उपदेश छिड़के पौपाते कौन पिता राम कौन पिता कौन पिता पिछले अवगण बख्श गए पिछले अवगण बख्श गए रब आगे मारे गवारे रब आगे मारे गवारे कई बोल बंदी छोड़ कई बोल बंदी छोड़ निरंकार दुखदाई
ਜਾਣੈ ਹਾਏ ਅੰਦਰ ਜਾਮੇ ਸਭ ਵਿਦ ਜਾਣੈ ਕਬਿਸ ਪੈ ਆਖ ਸੁਣਾਈਐ ਕਬਿਸ ਪੈ ਆਖ ਸੁਣਾਈਐ ਕਹਿਣੇ ਕਥਨ ਨ ਕੀਜੈ ਗੋਬਿੰਦ ਕਹਿਣੇ ਕਥਨ ਨ ਕੀਜੈ ਗੋਬਿੰਦ ਹਰਿ ਪਾਵੈ ਐਜ ਖਾਈਐ ਹਰਿ ਪਾਵੈ ਐਜ ਖਾਈਐ ਅਵਰ ਊਠੇ ਮੈਂ ਸਗਲੇ ਦੇ ਕੇ ਇੱਕ ਤੇਰੀ ਓਟ ਰਹਾਈਐ ਇੱਕ ਤੇਰੀ ਓਟ ਰਹਾਈਐ ਗਈ ਰੋੜ ਕੰਡੇ ਛੋੜ ਗਈ ਰੋੜ ਕੰਡੇ ਛੋੜ ਵੇਤਰਾਲ ਕਿਰਪਾਲ ਪ੍ਰਭ ਠਾਕੁਰ ਵੇਤਰਾਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬਿਨੰਤੀ ਆਪੇ ਸੁਣੈ ਬਿਨੰਤੀ ਪੂਰਾ ਸਤਿ ਗੁਰ ਮੇਲ ਮਿਲਾਵੇ ਪੂਰਾ ਸਤਿ ਗੁਰ ਮੇਲ ਮਿਲਾਵੇ ਸਭ ਚੁਕੇ ਮਨ ਕੀ ਚਿੰਤੀ ਸਭ ਚੁਕੇ ਮਨ ਕੀ ਚਿੰਤੀ ਹਰਿ ਹਰਿ ਨਾਮ ਅਵਖਦ ਮੁਖ ਪਾਇਆ ਹਰਿ ਹਰਿ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਜਨ ਨਾਨਕ ਸੁਖ ਵਸੰਤੀ ਕਈ ਪਹੋੜ ਬੰਦੇ ਛੋੜ ਗਈ ਪਹੋੜ ਬੰਦੇ ਛੋੜ ਨਿਰੰਕਾਰ ਉਪਦਾਰੀ ਨਿਰੰਕਾਰ ਉਪਦਾਰੀ ਕਈ ਪਹੋੜ ਬੰਦੇ ਛੋੜ ਕਈ ਪਹੋੜ ਬੰਦੇ ਛੋੜ ਬੰਦੇ ਛੋੜ ਬੰਦੇ ਛੋੜ ਇਹ ਸਨ ਭਾਈ ਗੁਰਜਟ ਸਿੰਘ ਦਾ ਰਾਗੀ ਜਥਾ ਜੋ ਕਿ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਹਨ। ਹੁਣ ਆਪ ਜੀ ਦੇ ਸਨਮੁਖ ਡਾਕਟਰ ਬਿਜਪਾਲ ਸਿੰਘ ਜੀ ਜੋ ਕਿ ਬਹੁਤ ਹੀ ਸੁਲਝੇ ਹੋਏ ਸਿੱਖ ਸਕਾਲਰ ਹਨ, ਆਪਣੇ ਵਿਚਾਰ ਪ੍ਰਗਟਾਉਣਗੇ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਤੇ ਫਿਲਾਸਫੀ ਦੇ ਬਾਰੇ ਉਹਨਾਂ ਦੇ ਕਈ ਪਹਿਲੂਆਂ ਦੇ ਉੱਪਰ ਜਾਣਕਾਰੀ ਦੇਣਗੇ। ਡਾਕਟਰ ਬਿਜਪਾਲ ਸਿੰਘ ਜੀ ਨੇ MA, MPhil, PhD
ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ। ਆਪ ਜੀ ਨੇ ਹੁਸ਼ਿਆਰਪੁਰ, ਮਾਹਲਪੁਰ ਅਤੇ ਖਡੂਰ ਸਾਹਿਬ ਦੇ ਵਿੱਚ ਕਈ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਔਰ ਉੱਥੇ ਮੈਨੇਜਮੈਂਟ ਕਮੇਟੀ ਦੇ ਵਿੱਚ ਵੀ ਰਹੇ। ਉਹਨਾਂ ਦੀਆਂ ਕਈ ਪ੍ਰਕਾਸ਼ਨਾਵਾਂ ਵੱਖ-ਵੱਖ ਅਖਬਾਰਾਂ ਦੇ ਵਿੱਚ ਔਰ ਵੱਖ-ਵੱਖ ਪੰਥਕ ਰਸਾਲਿਆਂ ਦੇ ਵਿੱਚ ਲਗਾਤਾਰ ਛਪਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਡਾਕਟਰ ਬ੍ਰਿਜਪਾਲ ਸਿੰਘ ਜੀ ਨੂੰ ਕਈ ਪੰਥਕ ਸੰਸਥਾਵਾਂ ਦੇ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਕਈ ਉਹਨਾਂ ਨੂੰ ਅਵਾਰਡ ਮਿਲੇ ਹਨ ਔਰ ਉਹਨਾਂ ਦਾ ਸ਼ੌਂਕ ਲਗਾਤਾਰ ਸਿੱਖ ਇਤਿਹਾਸ ਦੀਆਂ ਕਿਤਾਬਾਂ ਪੜ੍ਹਨਾ ਅਤੇ ਉਹਨਾਂ ਦੇ ਵਿੱਚੋਂ ਜੋ ਖਾਸ ਪਹਿਲੂ ਹਨ ਜੋ ਕਿਸੇ ਵੀ ਨਜ਼ਰ 'ਚ ਨਹੀਂ ਆਉਂਦੇ ਉਹ ਪੰਥ ਨੂੰ ਦੱਸਣਾ। ਬਹੁਤ ਮਹਾਨ ਸੇਵਾ ਨਿਭਾ ਰਹੇ ਹਨ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮੱਧ ਪ੍ਰਦੇਸ਼ ਪੰਜਾਬੀ ਸਾਹਿਤ ਅਕੈਡਮੀ ਦੇ ਮਾਧਿਅਮ ਰਾਹੀਂ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਅਤੇ ਫਿਲਾਸਫੀ ਦੇ ਉੱਪਰ ਆਪਣੇ ਵਿਚਾਰ ਪ੍ਰਗਟ ਕਰਨਗੇ। ਮੈਂ ਬੜੇ ਮਾਣ ਨਾਲ ਡਾਕਟਰ ਬ੍ਰਿਜਪਾਲ ਸਿੰਘ ਨੂੰ ਜੀ ਆਇਆਂ ਆਖਦਾ ਹਾਂ। ਡਾਕਟਰ ਬ੍ਰਿਜਪਾਲ ਸਿੰਘ ਜੀ। ਰਾਹੀਂ ਸਾਂਝ ਪਾ ਰਹੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਮੱਧ ਪ੍ਰਦੇਸ਼ ਸਰਕਾਰ ਦਾ ਧੰਨਵਾਦ ਕਰਨਾ ਜ਼ਰੂਰੀ ਸਮਝਦਾ ਹਾਂ, ਜਿਨ੍ਹਾਂ ਨੇ ਪੰਜਾਬੀਆਂ ਦੀ ਸੱਭਿਆਚਾਰਕ ਭੁੱਖ ਪੂਰੀ ਕਰਨ ਲਈ ਪੰਜਾਬੀ ਸਾਹਿਤ ਅਕੈਡਮੀ ਸਥਾਪਿਤ ਕੀਤੀ ਹੈ ਤੇ ਇਸ ਦੇ ਨਿਰਦੇਸ਼ਕ ਰਾਈਟ ਪਰਸਨ ਐਟ ਦਾ ਰਾਈਟ ਜੌਬ ਦੇ ਹਿਸਾਬ ਨਾਲ ਮੈਡਮ ਨੀਰੂ ਸਿੰਘ ਗਿਆਨੀ ਜੀ ਦੀ ਨਿਯੁਕਤੀ ਕੀਤੀ ਹੈ, ਜਿਨ੍ਹਾਂ ਦਾ ਆਪਣਾ ਪਰਿਵਾਰਕ ਪਿਛੋਕੜ ਬਹੁਤ ਅਮੀਰ ਹੈ। ਮੈਨੂੰ ਮੇਰੀ ਚਰਚਾ ਦਾ ਵਿਸ਼ਾ ਜੋ ਸੌਂਪਿਆ ਗਿਆ ਉਹ ਹੈ ਭਗਤੀ ਤੇ ਸ਼ਕਤੀ ਦਾ ਸੁਮੇਲ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਾਰੇ ਚਰਚਾ ਕਰਨੀ ਮੈਨੂੰ ਉਸੇ ਤਰ੍ਹਾਂ ਹੀ ਲੱਗਦਾ ਹੈ ਜਿਵੇਂ ਸੂਰਜ ਬਾਰੇ ਕਿਸੇ ਨੂੰ ਗਿਆਨ ਦੇਣਾ। ਸੂਰਜ ਨੂੰ ਨਾ ਕੋਈ ਇਨਸਾਨ ਭਰਪੂਰ ਅੱਖਾਂ ਨਾਲ ਵੇਖ ਸਕਿਆ ਹੈ ਤੇ ਨਾ ਬਿਆਨ ਕਰ ਸਕਿਆ ਹੈ। ਇਹ ਕੁਝ ਪਲਾਂ ਦਾ ਅਨੁਭਵ ਹੁੰਦਾ ਹੈ। ਝਟ ਪਲ ਦੀ ਦਰਸ਼ਨ, ਦੀਦਾਰ, ਦਿੱਖ, ਫਿਰ ਉਹ ਅੱਖਾਂ ਚੌਂਧਿਆ ਦਿੰਦਾ ਹੈ। ਕੁਝ ਇਹੋ ਜਿਹੀ ਸ਼ਖਸੀਅਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੀ। ਕਾਰ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਸੇਵਾ ਸਿੰਘ ਜੀ ਦੀ ਅਗਵਾਈ ਸਦਕਾ ਮੈਨੂੰ ਗਵਾਲੀਅਰ ਲਗਭਗ 13-14 ਸਾਲ ਗਵਾਲੀਅਰ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਸਿੱਖ ਸਕੂਲ, ਖਾਲਸਾ ਸਕੂਲ ਸਥਾਪਿਤ ਕਰਨ ਦੀ ਸੇਵਾ ਮਿਲੀ, ਜਿਸ ਕਰਕੇ ਮੈਨੂੰ ਗੁਰਦੁਆਰਾ ਦਾਤਾ ਬੰਦੀ ਛੋੜ ਕਿਲੇ ਵਿੱਚ ਲੰਬੇ ਸਮੇਂ ਤੱਕ ਰਹਿਣ ਦਾ ਅਨੁਭਵ ਹੋਇਆ। ਉਸ ਅਨੁਭਵ ਦੇ ਸਮੇਂ ਹੀ ਗੁਰੂ ਹਰਗੋਬਿੰਦ ਸਾਹਿਬ ਦੀ ਲਾਸਾਨੀ ਤੇ ਬੇਜੋੜ ਸ਼ਖਸੀਅਤ ਨੂੰ ਜਿੰਨਾ ਕੁ ਮੈਂ ਅਨੁਭਵ ਕਰ ਸਕਿਆ, ਜਾਂ ਇੰਝ ਕਹਿ ਲਓ ਜਿੰਨੀ ਕੁ ਬਖਸ਼ਿਸ਼ ਉਸ ਮੀਰੀ ਪੀਰੀ ਦੇ ਮਾਲਕ ਦਾਤਾ ਬੰਦੀ ਛੋੜ ਨੇ ਕੀਤੀ, ਉਹ ਸਦਕਾ ਹੀ ਮੈਂ ਇਸ ਅਜ਼ੀਮ ਸ਼ਖਸੀਅਤ, ਸਮੇਂ ਦੇ ਨਿਧੜਕ ਬੇਖੌਫ ਗੁਰੂ ਸਾਹਿਬ, ਜਿਨ੍ਹਾਂ ਨੇ ਸਮਕਾਲੀ ਹਕੂਮਤ ਦੀ ਸਥਾਪਨਾ ਨੂੰ ਚੈਲੰਜ ਕੀਤਾ, ਉਹਨਾਂ ਬਾਰੇ ਅੱਜ ਚਰਚਾ ਕਰਨ ਦੇ ਯੋਗ ਹਾਂ। ਚਰਚਾ ਦਾ ਵਿਸ਼ਾ ਹੈ ਭਗਤੀ ਤੇ ਸ਼ਕਤੀ। ਅਸੀਂ ਇਹ ਸਾਰੇ ਜਾਣਦੇ ਹਾਂ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ
ਭਗਤੀ ਤੇ ਸ਼ਕਤੀ ਦੇ ਸੁਮੇਲ ਦੇ ਬੀਜ ਇਸ ਤਰ੍ਹਾਂ ਬੀਜੇ ਕਿ ਆਪ ਜੀਓ ਤੇ ਦੂਸਰਿਆਂ ਨੂੰ ਵੀ ਜਿਉਣ ਦਿਓ। ਇਹ ਬੀਜ ਸਨ ਜੋ ਅੱਗੇ ਵੱਧਦੇ ਜਦੋਂ ਗੁਰਤਾ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਮਿਲੀ ਤਾਂ ਉਹਨਾਂ ਨੇ ਇਤਿਹਾਸ ਗਵਾਹ ਹੈ ਕਿ ਖਡੂਰ ਸਾਹਿਬ ਵਿਖੇ ਮੱਲ ਅਖਾੜੇ ਦੀ ਸਥਾਪਨਾ ਕੀਤੀ, ਜਿੱਥੇ ਨੌਜਵਾਨਾਂ ਵਿੱਚ ਕੁਸ਼ਤੀ ਕਰਨ ਦਾ ਉਤਸ਼ਾਹ ਪੈਦਾ ਕੀਤਾ। ਉਹਨਾਂ ਦੇ ਮੁਕਾਬਲੇ ਕਰਵਾਏ ਜਾਂਦੇ ਸੀ ਔਰ ਨਾਲ ਹੀ ਖਡੂਰ ਸਾਹਿਬ ਵਿਖੇ ਗੁਰੂ ਸਾਹਿਬ ਨੇ ਜੋ ਰਚਨਾ ਗੁਰਬਾਣੀ ਦੀ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਸੌਂਪ ਕੇ ਗਏ ਸੀ, ਉਹਨਾਂ ਦੇ ਛੋਟੇ ਛੋਟੇ ਗੁਟਕੇ ਲਿਖਵਾਉਣੇ ਤੇ ਲੋਕਾਂ ਵਿੱਚ ਵੰਡਣੇ। ਇਹ ਕੀ ਇੰਡੀਕੇਸ਼ਨ ਸੀ ਕਿ ਆਉਣ ਵਾਲੀ ਪੀੜ੍ਹੀ ਬੌਧਿਕ ਤੌਰ ਤੇ ਵੀ ਚੇਤਨ ਹੋਵੇ ਤੇ ਸਰੀਰਕ ਤੌਰ ਤੇ ਵੀ ਬਲਵਾਨ ਹੋਵੇ। ਅੱਗੇ ਆਈਏ, ਵਾਰੀ ਗੁਰੂ ਅਮਰਦਾਸ ਜੀ ਤੱਕ ਦੀ ਆਈ। ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਸਾਹਿਬ ਵਿਖੇ ਨਵੀਂ ਪਰੰਪਰਾ ਤੋਰੀ। ਲੰਗਰ ਦਾ ਆਰੰਭ ਭਾਵੇਂ ਗੁਰੂ ਨਾਨਕ ਦੇਵ ਜੀ ਕਰ ਚੁੱਕੇ ਸੀ ਤੇ ਗੁਰੂ ਅੰਗਦ ਦੇਵ ਜੀ ਵੀ ਖਡੂਰ ਸਾਹਿਬ ਵਿਖੇ ਇਹ ਗਵਾਹੀ ਮਿਲਦੀ ਹੈ ਬਾਣੀ ਵਿੱਚੋਂ ਕਿ ਮਾਤਾ ਖੀਵੀ ਜੀ ਸੰਗਤ ਦੀ ਸੇਵਾ ਆਪ ਆਪਣੇ ਹੱਥੀਂ ਘਿਓ ਵਾਲੀ ਖੀਰ ਬਣਾ ਕੇ ਕਰਦੇ ਹੁੰਦੇ ਸਨ। ਬਲਵੰਡ ਖੀਵੀ ਨੇਕ ਜਨ ਜਿਨ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕਿਆਲੀ। ਪਰ ਗੁਰੂ ਅਮਰਦਾਸ ਜੀ ਨੇ ਬੌਲੀ ਸਾਹਿਬ ਦਾ ਗੋਇੰਦਵਾਲ ਸਾਹਿਬ ਵਿਖੇ ਨਿਰਮਾਣ ਕਰਕੇ ਤੇ ਲੰਗਰ ਦੀ ਅਜਿਹੀ ਪ੍ਰਥਾ ਸ਼ੁਰੂ ਕੀਤੀ ਜਿਸ ਵਿੱਚ ਪਹਿਲੇ ਪੰਗਤ ਪਾਛੇ ਸੰਗਤ, ਯਾਨੀ ਹਰ ਇੱਕ ਨੂੰ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਲਾਜ਼ਮੀ ਕਰਤਾ ਤੇ ਦਰਸ਼ਨ ਦੀਦਾਰੇ ਬਾਅਦ ਵਿੱਚ। ਇਹ ਸਮਾਜਿਕ ਬਰਾਬਰਤਾ ਦੇ ਬੀਜ ਸਨ। ਊਚ ਨੀਚ ਵਰਣ ਵੰਡ ਛੂਤ ਛਾਤ ਖਤਮ ਕਰਕੇ ਇੱਕ ਐਸੇ ਨਵੇਂ ਸਮਾਜ ਦੀ ਸਿਰਜਣਾ ਦੀ ਪੇਸ਼ੀਨ ਗੋਈ ਸੀ ਕਿ ਅਕਬਰ ਵਰਗੇ ਸ਼ਹਿਨਸ਼ਾਹ ਵੀ ਜੇ ਗੋਇੰਦਵਾਲ ਆਏ ਤੇ ਉਹਨਾਂ ਨੂੰ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪਿਆ। ਇਹ ਇੱਕ ਨਵੇਂ ਸਮਾਜ ਦੀ ਸਿਰਜਣਾ ਦੇ ਬੀਜ ਸਨ। ਗੁਰਤਾ ਗੱਦੀ ਗੁਰੂ ਰਾਮਦਾਸ ਜੀ ਕੋਲ ਆਈ, ਫਿਰ ਗੁਰੂ ਅਰਜਨ ਦੇਵ ਜੀ। ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਜਦੋਂ ਸ਼ੇਰਸ਼ਾਹ ਸੂਰੀ ਨੇ ਜਰਨੈਲੀ ਸੜਕ ਬਣਾ ਕੇ ਤੇ ਲਾਹੌਰ ਤੇ ਪਿਸ਼ਾਵਰ ਨੂੰ ਲਿੰਕ ਕਰਤਾ ਤਾਂ ਗੋਇੰਦਵਾਲ ਸਾਹਿਬ ਇੱਕ ਸਾਈਡ ਤੇ ਹੋ ਗਿਆ। ਪਹਿਲਾਂ ਗੋਇੰਦਵਾਲ ਸਾਹਿਬ ਦੇ ਪੱਤਣ ਤੋਂ ਹੀ ਸਾਰੇ ਕਾਫਲੇ ਹਕੂਮਤ ਦੇ ਲਾਹੌਰ ਤੋਂ ਦਿੱਲੀ ਤੱਕ ਆਉਂਦੇ ਜਾਂਦੇ ਸਨ। ਸਾਧੂ ਸਮਾਜ, ਵਪਾਰੀ ਸਭ ਉਧਰੋਂ ਲੰਘਦੇ ਸਨ। ਪਰ ਜਦੋਂ ਸਿਧਾਂਤ ਸੀ, ਨਵੇਂ ਸਮਾਜ ਦੀ ਸਿਰਜਣਾ ਦੇ ਯਤਨ ਸਨ, ਤਾਂ ਉਹਨਾਂ ਨੇ ਵੀ ਜ਼ਰੂਰੀ ਸਮਝਿਆ ਕਿ ਸ਼ਾਹ ਮਾਰਗ ਦੇ ਉੱਤੇ ਆਪਣਾ ਨਵਾਂ ਟਿਕਾਣਾ ਬਣਾਇਆ ਜਾਏ। ਤਾਂ ਇਹ ਵਿਰਸਾ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਿਆ। ਤਾਂ ਗੁਰੂ ਹਰਗੋਬਿੰਦ ਸਾਹਿਬ ਤੱਕ ਇਹ ਇਤਿਹਾਸ ਦੀਆਂ ਕੜੀਆਂ ਪਹੁੰਚੀਆਂ ਤਾਂ ਮੈਂ ਜ਼ਿਕਰ ਕਰ ਰਿਹਾ ਕਿ ਗ੍ਰੰਥ ਵੀ ਸੀ, ਪੰਥ ਵੀ ਸੀ ਤੇ ਇੱਕ ਐਸੀ ਸ਼੍ਰੇਣੀ ਸਿੱਖ ਸਮਾਜ ਵਿੱਚ ਗੁਰੂ ਸਾਹਿਬ ਨੇ ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਹੋ ਗਈ ਸੀ। ਗੁਰੂ ਰਾਮਦਾਸ ਜੀ ਨੇ ਹੀ ਉਤਸ਼ਾਹ ਦਿੱਤਾ ਸੀ ਕਿ ਸਿੱਖ ਸ਼ਰਧਾਲੂ ਕਾਬਲ ਕੰਧਾਰ ਤੱਕ ਜਾਣ, ਘੋੜੇ ਖਰੀਦ ਕੇ ਆਉਣ ਤੇ ਸੌਦਾਗਰੀ ਕਰਕੇ ਇੱਥੇ ਵੇਚਣ, ਤਾਂ ਜੋ ਇਸ ਸੰਸਥਾ ਲਈ, ਇਸ ਨਵੀਂ ਉੱਠ ਰਹੀ ਆਵਾਜ਼ ਲਈ ਮਾਇਆ ਯਾਨੀ ਪ੍ਰਬੰਧ ਹੋ ਸਕੇ। ਤੋ ਗੁਰੂ ਹਰਗੋਬਿੰਦ ਸਾਹਿਬ ਨੂੰ ਅਜਿਹਾ ਦਰਦਨਾਕ ਇਤਿਹਾਸਕ ਪਿਛੋਕੜ ਮਿਲਿਆ ਸੀ।
ਹੁਣ ਉਹਨਾਂ ਨੇ ਇਹ ਦੇਖ ਲਿਆ ਸੀ ਕਿ ਲੋਕ ਬਹੁਤ ਵੱਡੀ ਗਿਣਤੀ ਨਾਲ ਗੁਰੂ ਘਰ ਦੀ ਮਾਨਤਾ ਕਰਦੇ ਸੀ। ਗੁਰਗੱਦੀ ਪ੍ਰਾਪਤ ਕਰਨ ਵੇਲੇ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਇਨਕਲਾਬੀ ਫੈਸਲਾ ਲਿਆ। ਪਹਿਲਾਂ ਉਹ ਜੋ ਗੁਰਤਾ ਗੱਦੀ ਦੀ ਉਹ ਸੇਲੀ ਟੋਪੀ, ਨਾਰੀਅਲ ਤੇ 5 ਪੈਸੇ ਰੱਖ ਕੇ ਗੁਰਤਾ ਗੱਦੀ ਗੁਰੂ ਹਰਗੋਬਿੰਦ ਸਾਹਿਬ ਤੱਕ ਬਾਬਾ ਬੁੱਢਾ ਜੀ ਹੀ ਇਹ ਜ਼ਿੰਮੇਵਾਰੀ ਨਿਭਾਉਂਦੇ ਰਹੇ। ਪਰ ਇਸ ਵਾਰ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਜੀ ਦੇ ਆਦੇਸ਼ਾਂ ਦੇ ਅਨੁਸਾਰ ਇਹ ਬੇਨਤੀ ਕੀਤੀ ਕਿ ਕਿਰਪਾਨਾਂ ਪਹਿਨਾਈਆਂ ਜਾਣ, ਔਰ ਇਹ ਮੀਰੀ ਤੇ ਪੀਰੀ ਦੀਆਂ 2 ਕਿਰਪਾਨਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਬਾਬਾ ਬੁੱਢਾ ਜੀ ਨੇ ਪਹਿਨਾਈਆਂ। ਇਹ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ, ਮੀਰੀ ਤੇ ਪੀਰੀ ਬਾਦਸ਼ਾਹੀ ਤੇ ਮੀਰੀ ਫਕੀਰੀ, ਰਾਜ ਯੋਗ ਨੀ ਭਗਤੀ ਤੇ ਸ਼ਕਤੀ। ਇਹ ਸੁਮੇਲ ਦਾ ਬੀਜ ਜੋ ਪਹਿਲਾਂ ਗੁਰਬਾਣੀ ਵਿੱਚ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਨੂੰ ਅਮਲੀ ਰੂਪ ਦਿੱਤਾ। ਔਰ ਥੋੜੇ ਸਮੇਂ ਬਾਅਦ ਹੀ ਗੁਰੂ ਹਰਗੋਬਿੰਦ ਸਾਹਿਬ, ਜਿਨ੍ਹਾਂ ਦਾ ਜਨਮ ਅਸੀਂ 1595 ਚੋਂ ਸਾਨੂੰ ਇਤਿਹਾਸ ਤੋਂ ਮਿਲਦਾ ਹੈ, ਤੇ 1606 ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੁੰਦੀ, ਤੇ 1606 ਵਿੱਚ ਉਹ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਪ੍ਰਾਪਤ ਕਰਦੇ ਆ। ਉਸ ਤੋਂ ਥੋੜੇ ਟਾਈਮ ਬਾਅਦ ਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਪੁਰਖ ਵੱਲੋਂ ਅਕਾਲ ਪੁਰਖ ਦੇ ਤਖਤ ਦੀ ਸਥਾਪਨਾ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਕੀਤੀ। ਔਰ ਕੀਤੀ ਇਸ ਯਾਨੀ ਉਹ ਆਰਕੀਟੈਕਚਰਲ ਇੱਕ ਪੁਖਤਗੀ ਨਾਲ ਹੈ ਕਿ ਅਕਾਲ ਤਖਤ ਤੇ ਬੈਠੇ ਹੋਏ ਹਰ ਬੰਦੇ ਨੂੰ ਸ੍ਰੀ ਹਰਮੰਦਰ ਸਾਹਿਬ ਨਜ਼ਰ ਆਏਗਾ, ਪਰ ਸ੍ਰੀ ਹਰਮੰਦਰ ਸਾਹਿਬ ਵਿੱਚ ਬੈਠੇ ਹੋਏ ਨੂੰ ਅਕਾਲ ਤਖਤ ਸਾਹਿਬ ਨਜ਼ਰ ਨਹੀਂ ਆਏਗਾ। ਇਹ ਇੱਕ ਸੰਦੇਸ਼ ਹੈ, ਇੱਕ ਸੰਕੇਤ ਹੈ ਕਿ ਹਰਿਮੰਦਰ ਜਾਂ ਭਗਤੀ ਮਾਰਗ ਉਹ ਉਸ ਦੀ ਮਹਾਨਤਾ ਹੈ। ਸ਼ਕਤੀ ਭਗਤੀ ਦੇ ਧਰਮ ਦੇ ਝੰਡੇ ਥੱਲੇ ਹੋਏਗੀ, ਰਾਜਨੀਤੀ ਭਾਰੂ ਨਹੀਂ ਹੋਏਗੀ, ਉੱਤਮਤਾ ਭਗਤੀ ਦੀ ਰਹੇਗੀ। ਇਤਿਹਾਸ ਗਵਾਹ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਦੀ ਸਿਰਜਣਾ ਕਿਸੇ ਕੋਲੋਂ ਨਹੀਂ ਕਰਵਾਈ। ਕੇਵਲ ਤੇ ਕੇਵਲ ਭਾਈ ਗੁਰਦਾਸ, ਬਾਬਾ ਬੁੱਢਾ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਇਸ ਅਕਾਲ ਦੇ ਤਖਤ ਨੂੰ ਦੀ ਸਿਰਜਣਾ ਕੀਤੀ। ਔਰ ਅਕਾਲ ਤਖਤ ਸਾਹਿਬ ਤੋਂ ਪਹਿਲਾ ਹੁਕਮਨਾਮਾ ਜੋ ਗੁਰੂ ਹਰਗੋਬਿੰਦ ਸਾਹਿਬ ਨੇ ਜਾਰੀ ਕੀਤਾ ਉਹ ਸੀ ਕਿ ਹੁਣ ਕੋਈ ਫਸਲ ਦੇ ਰੂਪ ਵਿੱਚ, ਧਨ ਦੌਲਤ ਦੇ ਰੂਪ ਵਿੱਚ ਭੇਟਾ ਦੇਣ ਦੀ ਲੋੜ ਨਹੀਂ। ਚੰਗੀ ਜਵਾਨੀ, ਚੰਗੇ ਘੋੜੇ ਤੇ ਚੰਗੇ ਸ਼ਸਤਰ ਉਹ ਗੁਰੂ ਦਰਬਾਰ ਵਿੱਚ ਭੇਂਟ ਕੀਤੇ ਜਾਣ। ਇਹ ਸੰਕੇਤ ਹੈ ਸਪਸ਼ਟ ਤੌਰ ਤੇ ਸਮੇਂ ਦੀ ਹਕੂਮਤ ਨੂੰ ਵੰਗਾਰਨ ਦਾ। ਇਤਿਹਾਸ ਵਿੱਚੋਂ ਗਵਾਹੀਆਂ ਮਿਲਦੀਆਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੀ ਜਨ ਸਾਧਾਰਣ ਦੇ ਝਗੜੇ, ਉਹਨਾਂ ਦੀਆਂ ਸ਼ਿਕਾਇਤਾਂ, ਉਹਨਾਂ ਦੇ ਮੁਕੱਦਮੇ ਤਤਕਾਲ ਉੱਥੇ ਹੀ ਫੈਸਲੇ ਕਰਦੇ ਸਨ। ਯਾਨੀ ਇੱਕ ਕਿਸਮ ਦੀ ਪੈਰਲਲ ਦੀ ਮੁਗਲ ਹਕੂਮਤ ਦੀ ਪੈਰਲਲ ਦੀ ਸਿਵਲ ਸਰਕਾਰ ਦੀ ਸਥਾਪਨਾ ਹੋ ਗਈ। ਕਿਹੜੀ ਸਰਕਾਰ ਹੈ ਜੋ ਆਪਣੇ ਬਰਾਬਰ ਦੀ, ਆਪਣੇ ਹੀ ਇਲਾਕੇ ਵਿੱਚ ਬਰਾਬਰ ਦੀ ਸਰਕਾਰ ਦੀ ਹੋਂਦ
बर्दाश्त करे? कोई नहीं कर। तो गुरु हरगोबिंद साहब ने अपने जन साधारण विच वीर रस पैदा करन दे लई अकाल तख्त दे सामने ढाडी वारां दीवान विच जिथे बाकी गुरबाणी कीर्तन हुंदा सी उत्थे ढाडी वारां दा गायन करवाउणा शुरू कीता। नत्था ते अब्दुल्ला दो ढाडी सन जिन्हां ने वीर रसी वारां दा गायन करके लोकां विच अजिहा जोश पैदा कीता ते लोक आ मुहारे हैरान होईदा है। इतिहास गवाह है, केवल 2 वेले दी रोटी ते साल दियां 2 यूनीफार्म केवल इन्हां दे लई मरजीवड़े गुरु हरगोबिंद साहिब दी फौज विच भर्ती होने शुरू हो गए और बेखौफ होके गुरु हरगोबिंद साहब वालों लड़ियां गईयां 4 लड़ाइयां विच उन्हां ने हिस्सा लिया। ये चारे लड़ाइयां किसी राज दे विस्तार लई नहीं सन, कोई जमीन जितन लई नहीं सन, कोई धन दौलत इकट्ठी करन लई नहीं सन, बल्कि जुल्म दे खिलाफ आवाज सी, अत्याचार दे खिलाफ ते हौमे जो हाकम श्रेणी नू गरूर हुंदा है कि साडी ही चले इस नू वंगारन दी सी। अमृतसर विखे लड़ाई हुई, श्री हरगोबिंद साहब विखे लड़ाई हुई, महराज बठिंडा विखे लड़ाई हुई ते करतारपुर साहब विखे लड़ाई हुई। ये सारियां लड़ाइयां गुरु हरगोबिंद साहब जी ने समय दी जरवानी, समय दी बलवान, समय दी हाकम श्रेणी जहांगीर ते शहनशाह इन्हां दी बलवान फौज नूं वंगारदियां होया उन्हां ने लड़ियां ते जित्तियां। ये असीं जाणदे हां कि हकूमतां वल्लों कीते जांदे जुल्म, कीते जांदे अत्याचार वो कदे भी उन्हां दी जिम्मेवारी आप नहीं लैंदी। वो जन सधारण विच अजिहा वातावरण सिरज दिंदी है कि जिम्मेवारी दा फोकस बदल जाए। सानू इतिहास विचों हवाले मिलते ने गुरु अर्जन देव जी की शहीदी दे कि देखो जी गुरु अर्जन देव जी ने चंदू दी लड़की दा रिश्ता प्रवान नहीं सी कीता, इस करके चंदू ने गुरु अर्जन देव जी नू तसीहे दवाए। यानी हाकम जहांगीर वल दे जो भावना है तुझके जहांगीरी विच जिहड़ी बयान की गई उसका कोई जिक्र नहीं, फोकस बदल दिता। इतिहास विच बहुत हवाले मिलते ने कि जहांगीर दे बागी पुत्र खुसरो नू गुरु साहिब ने एक वर दिता सी, तिलक लगाया सी, जिसका गुस्सा जहांगीर ने किया। जबकि इतिहास गवाह है कि खुसरो दा मेल गुरु साहिब नाल होया ही नहीं, पर इतिहास विच ये प्रचारिया इस तरह जाता है कि जो नजाकत है इतिहास दीयां घटनावां दे पिछोकड़ दी वो लोकां सामने कदे ना आवे। हिस्ट्री बारे ये अक्सर कहा जाता है, नथिंग इज ट्रू इन हिस्ट्री except dates and places. All is true in literature except dates and places. भाव इतिहास कदे भी सच्चा ते सुच्चा लोकां सामने नहीं आउंदा सिवाय नावां ते थावां दे। ये साहित्य है जिहदे विच बयानिया सच वो ना ते थां सच्चे नहीं होणगे, पर उन्हां दी फील जो है वो इतिहासक हुंदी है। ये
ਅੱਜ ਤੱਕ ਜਨ ਸਧਾਰਨ ਵਿੱਚ ਪਹੁੰਚੀ ਹੋਈ ਸਿੱਖ ਇਤਿਹਾਸ ਦੀ, ਗੁਰੂਆਂ ਸਾਹਿਬ ਦੀ ਕੁਰਬਾਨੀ ਦੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਭਗਤੀ ਤੇ ਸ਼ਕਤੀ ਦੀ ਸੁਮੇਲ ਦੀ ਉਹ ਫੀਲ ਹੈ ਜੋ ਅੱਜ ਵੀ ਕੌਮ ਵਿੱਚੋਂ ਮਹਿਸੂਸ ਕੀਤੀ ਜਾ ਸਕਦੀ ਹੈ। ਅੱਜ ਵੀ ਜਿਸ ਨਿਡਰਤਾ ਨਾਲ ਇਸ ਕੌਮ ਨੇ ਹਰ ਸੰਕਟ ਦੇ ਸਮੇਂ, ਚਾਹੇ ਉਹ ਪ੍ਰਾਕਿਰਤਕ ਸੰਕਟ ਸੀ, ਹੜ੍ਹ ਆਏ, ਭੂਚਾਲ ਆਏ, ਸੁਨਾਮੀਆਂ ਆਈਆਂ, ਇਹ ਹੁਣ ਕਰੋਨਾ ਪੈਂਡੇਮਿਕ ਆਈ, ਜਾਂ ਹਕੂਮਤਾਂ ਵੱਲੋਂ ਸਿਰਜੇ ਗਏ ਦੁਖਾਂਤ ਨੇ, ਸਿੱਖ ਪੰਜਾਬੀਆਂ ਨੇ ਤੇ ਸਿੱਖਾਂ ਨੇ ਜੋ ਪਲਾਜ਼ਮਾ ਡੋਨੇਸ਼ਨ, ਜੋ ਹੜ੍ਹ ਪੀੜਤਾਂ ਤੇ ਸਰਬੱਤ ਦੇ ਭਲੇ ਵਾਲੇ ਟਰਸਟ ਨੇ, ਤੇ ਜੋ ਆਕਸੀਜਨ ਗੈਸ ਦੇ ਸਿਲੰਡਰਾਂ ਦੀ ਸਪਲਾਈ ਨੇ, ਤੇ ਜੋ ਲਾਏ ਹੋਏ ਵਿਸ਼ਾਲ ਪੱਧਰ ਤੇ ਲੰਗਰਾਂ ਨੇ ਕਰ ਦਿਖਾਇਆ, ਉਹਦਾ ਪਿਛੋਕੜ ਇਸ ਭਗਤੀ ਤੇ ਸ਼ਕਤੀ ਦੇ ਸੁੰਦਰ ਸੁਮੇਲ ਵਿੱਚੋਂ ਹੀ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਜੋ ਵੀ ਬਿਆਨਿਆ, ਜੋ ਵੀ ਕੀਤਾ, ਉਸ ਦਾ ਸਾਨੂੰ ਇਤਿਹਾਸਕ ਪ੍ਰਮਾਣ ਮਿਲਦਾ ਹੈ। ਅਸੀਂ ਇਹ ਜਾਣਦੇ ਹਾਂ ਕਿ ਇਹ ਹਵਾਲੇ ਮਿਲਦੇ ਨੇ ਕਿ if you want to open the lock of past, open it with the key of present. Past ਕਿਉਂਕਿ ਸਮਾਂ ਅੱਗੇ ਆ ਜਾਂਦਾ ਹੈ ਤੇ ਪਾਸਟ ਦੇ ਉੱਤੇ ਅੰਧ ਵਿਸ਼ਵਾਸ ਤੇ ਗਲਤ ਪ੍ਰਚਾਰ ਦਾ ਮਿੱਟੀ ਘੱਟਾ ਪੈ ਜਾਂਦਾ ਹੈ, ਭੁੱਲ ਭੁਲਾ ਜਾਂਦੀ ਹੈ ਇਤਿਹਾਸਕ ਸੁੱਚਤਾ ਤੇ ਸੱਚਤਾ। ਪਰ ਵਰਤਮਾਨ ਦੀ ਚਾਬੀ ਨਾਲ ਅਸੀਂ ਪਾਸਟ ਦੇ ਜਿੰਦਰੇ ਨੂੰ ਖੋਲ ਸਕਦੇ ਹਾਂ। ਕਾਜ਼ੀ ਹੋਏ ਰਿਸ਼ਵਤੀ ਮੇਰੇ ਅੱਜ ਹੀ ਇਹ ਬੇਇਨਸਾਫੀ ਦਾ ਦੌਰ ਅੱਜ ਹੀ ਨਹੀਂ, ਪਹਿਲਾਂ ਵੀ ਸੀ। ਪਾਸਟ ਦੇ ਵਿੱਚੋਂ ਸਾਨੂੰ ਇੱਕ ਹੋਰ ਬਹੁਤ ਪੁਖਤਾ ਹਵਾਲਾ ਮਿਲਦਾ ਹੈ। ਉਹ ਮਿਲਦਾ ਹੈ ਈਰਾਨ ਦੇ ਇੱਕ ਇਤਿਹਾਸਕਾਰ ਜਿਸ ਨੇ ਪਰਸ਼ੀਅਨ ਫਾਰਸੀ ਵਿੱਚ ਆਪਣੀ ਰਚਨਾ ਲਿਖੀ, ਮੋਹਸਨ ਫਾਨੀ ਦੀ ਰਚਨਾ ਦਬਿਸਤਾਨ ਮਜ਼ਾਹਿਬ। ਇਹ ਮੋਹਸਨ ਫਾਨੀ ਭਾਰਤ ਦੇ ਧਰਮਾਂ ਦੇ ਅਧਿਐਨ ਲਈ ਭਾਰਤ ਵਿੱਚ ਆਇਆ ਔਰ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਖਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ 10-12 ਸਾਲ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਗੁਜ਼ਾਰੇ। ਜੋ ਤੱਥ ਉਹਦੀ ਪੁਸਤਕ ਦਬਿਸਤਾਨ ਮਜ਼ਾਹਿਬ ਵਿੱਚ ਮਿਲਦੇ ਨੇ ਉਹ ਮੈਂ ਸੰਗਤਾਂ ਨਾਲ ਸਾਂਝੇ ਕਰਨੇ ਚਾਹਾਂਗਾ। ਉਹ ਮੋਹਸਨ ਫਾਨੀ ਲਿਖਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਕੱਦ 7.5 ਫੁੱਟ ਸੀ ਔਰ ਉਹਨਾਂ ਦਾ ਵਜ਼ਨ 125 ਕਿਲੋ ਦੇ ਕਰੀਬ ਸੀ। ਬਹੁਤ ਸ਼ਕਤੀਸ਼ਾਲੀ ਯੋਧੇ, ਜਿਹਦਾ ਹਵਾਲਾ ਭਾਈ ਗੁਰਦਾਸ ਜੀ ਤੋਂ ਦੀ ਰਚਨਾ ਤੋਂ ਵੀ ਸਾਨੂੰ ਮਿਲ ਜਾਂਦਾ ਹੈ। 5 ਪਿਆਲੇ 5 ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਬਹੁ ਯੋਧਾ ਵੱਡ ਪਰਉਪਕਾਰੀ। ਬੜੇ ਭਾਰੇ ਯੋਧੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ, ਜਿਹਦੇ ਪੁਖਤਗੀ, ਜਿਹਦੇ ਪ੍ਰਮਾਣ ਸਾਨੂੰ ਮੋਹਸਨ ਫਾਨੀ ਦੀ ਰਚਨਾ ਵਿੱਚੋਂ ਵੀ ਮਿਲਦੇ ਆ। ਇੱਕ ਹੋਰ ਹਵਾਲਾ ਮੈਂ ਦੇਣਾ ਬਹੁਤ ਜ਼ਰੂਰੀ ਸਮਝਾਂਗਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਭਾਵੇਂ ਗੁਰੂ ਨਾਨਕ ਦੇਵ ਜੀ ਜਿੰਨੀ ਯਾਤਰਾ ਤਾਂ ਨਹੀਂ ਕੀਤੀ ਪਰ ਕਾਫੀ ਭਰਮਣ ਕੀਤਾ। ਇਹ ਪ੍ਰਚਾਰ ਫੇਰੀਆਂ ਦੇ ਦੌਰਾਨ ਹੀ ਗੁਰੂ ਹਰਗੋਬਿੰਦ ਸਾਹਿਬ
ਗੜਵਾਲ ਦੇ ਇਲਾਕੇ ਵਿੱਚ ਸਨ, ਜਿੱਥੇ ਉਹਨਾਂ ਦੀ ਮੁਲਾਕਾਤ ਸਮਰੱਥ ਮਰਾਠਾ ਸਮਰੱਥ ਰਾਮਦਾਸ ਨਾਲ ਹੋਈ, ਜੋ ਗੁਰੂ ਨਾਨਕ ਦੀ ਗੱਦੀ ਦੇ ਉਪਾਸ਼ਕ ਤਾਂ ਨਹੀਂ ਪਰ ਕਦਰਦਾਨੀ ਕਰਦੇ ਸੀ। ਉਹਨਾਂ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਿਆ, ਜੋ ਕਿ ਘੋੜੇ ਉੱਤੇ ਸਵਾਰ ਸਨ, ਸ਼ਸਤਰਬੱਧ ਸਨ, ਨਾਲ ਫੌਜ ਸੀ, ਕਲਗੀ ਲਗਾਈ ਹੋਈ ਸੀ, ਤਾਂ ਉਹ ਵੇਖ ਕੇ ਪ੍ਰਸ਼ਨ ਕਰਦਾ ਹੈ ਗੁਰੂ ਹਰਗੋਬਿੰਦ ਸਾਹਿਬ ਨੂੰ ਕਿ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਹੋ। ਗੁਰੂ ਨਾਨਕ ਤਾਂ ਭਗਤੀ ਮਾਰਗ ਦਾ ਸੀ ਤੇ ਤੁਸੀਂ ਇਹ ਸ਼ਾਹੀ ਠਾਠ ਬਾਠ ਨਾਲ ਹੋ। ਗੁਰੂ ਹਰਗੋਬਿੰਦ ਸਾਹਿਬ ਦਾ ਜਵਾਬ ਸੀ ਕਿ ਜ਼ਾਹਰ ਅਮੀਰੀ ਬਾਤਨ ਫਕੀਰੀ। ਮੈਂ ਬਾਹਰੋਂ ਰਾਜਕੁਮਾਰ ਲੱਗਦਾ ਹਾਂ, ਰਾਜਸੀ ਠਾਠ ਵਾਲਾ ਲੱਗਦਾ ਹਾਂ, ਪਰ ਮੈਂ ਅੰਦਰੋਂ ਸੰਤ ਹਾਂ। ਤੁਸੀਂ ਗੁਰੂ ਨਾਨਕ ਦੀ ਗੱਲ ਕੀਤੀ ਹੈ ਕਿ ਗੁਰੂ ਨਾਨਕ ਤਿਆਗੀ ਸੀ, ਪਰ ਗੁਰੂ ਨਾਨਕ ਨੇ ਮਾਇਆ ਤਿਆਗੀ ਸੀ, ਸੰਸਾਰ ਨਹੀਂ ਸੀ ਤਿਆਗਿਆ। ਸੰਸਾਰ ਵਿੱਚ ਰਹਿੰਦਿਆਂ ਗੁਰੂ ਸਾਹਿਬ ਨੇ ਦੁਨੀਆ ਦੀ ਗੱਲ ਕੀਤੀ, ਦੁਨੀਆ ਦੇ ਦੁੱਖਾਂ ਦੀ ਗੱਲ ਕੀਤੀ, ਮਾਇਆ ਤੇ ਵਾਸ਼ਨਾ ਤਿਆਗੀ ਸੀ। ਤੋ ਸਮਰੱਥ ਰਾਮਦਾਸ ਦੇ ਇਹ बोल सन, ये बात मन को भावती है कि लोकां लई जीवना, लोकां दे लई एक सुखावें समाज दी सिरजना करन लई जीवना, ये गल मैनू चंगी लगी है। वो गुरु हरगोबिंद साहिब दे इस रूप तो ते इस विचारधारा तो इन्ना प्रभावित होया कि उसने वापस जाके अपने इलाके विच हनुमान जी दे मंदिर बनवाने शुरू कीते, जिथे नौजवानों नूं कसरतां करवाईयां जांदियां सी और शस्त्र विद्या दिती जांदी सी। वो समर्थ रामदास जी दी ही श्रद्धालु सी, शिवाजी मराठे दी माता जी जीजाबाई जी। तो ये जीजाबाई जी राही ही शिवाजी मराठा संपर्क विच आए सम्राट रामदास जी दे, और उन्हां तो इंस्पायर होके उन्होंने समय दी हुकूमत दे विरुद्ध संघर्ष वाली जिंदगी शुरू की। तो इस इतिहास दे कुछ पन्ने सानू साड़ी रहबरी करते हैं कि समाज लिए जीवना वो भगती ही वाजिब है, योग है। जे निरी आप घर विच बैठ के माला फेरी जानी है, तस्बीह फेरी जानी है, गुआंढी भुखा मर रहा है, गुआंढी उत्ते जुल्म हो रहा है, अत्याचार हो रहे ने, तो उस बंदगी ते भगती का कोई अर्थ नहीं। ये गल्लां अज भी महत्ता रखदियां ते कल भी महत्ता रखणगियां। तो ये चीज़ां जरूरी अज भी चानण मुनारा ने ये गल्लां अज भी नवीं पीढ़ियां भी इसको सेध लैणगियां कि जीवना है तो अणख नाल जीवना है, अपने लिए जिए तो क्या जिए, तू जी है दिल जमाने के लिए। इन्हां शब्दां नाल मैं भुल्लां चुक्कां दी माफ़ी मंगदे होए विदायगी लैंदा हां। वाहिगुरू जी का खालसा, वाहिगुरू जी की फतेह।